ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ,
ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਚਉਪਈ। ਇਸ ਪ੍ਰਕਾਰ ਕਰ ਰੁਚਰ ਬੜਾਈ, ਪੁੰਨ ਪਿਰੰਚ ਅਸ ਗਿਰਾ ਅਲਾਈ। ਨਿਜ ਤਨ ਅੰਗਤ ਕਰ ਪਲਟਾਇਓ, ਕੀਨ ਸਥਾਪ ਨੇਕ ਮਨ ਭਾਇਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਠੌਰ ਤੁਹੀਂ ਨਰਡੇ ਪਰ ਹੋ, ਨਿਜ ਦਾਸਨ ਕੋ ਅਗਿਆਨ ਦਹੋ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਤਿੰਨਾਂ ਦੇਵਤਿਆਂ ਦੇ ਕੋਲ ਨੇ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਨੇ ਜਿੱਥੇ ਰੱਜ ਕੇ ਗੁਰੂ ਸਾਹਿਬ ਦੀ ਸਿਫਤ ਕੀਤੀ ਕਿ ਤੁਸੀਂ ਆਪ ਹੀ ਹਰ ਯੁੱਗ ਦੇ ਵਿੱਚ ਕਦੇ ਕ੍ਰਿਸ਼ਨ ਦਾ ਰੂਪ ਲੈ ਕੇ, ਕਦੇ ਰਾਮ ਜੀ ਦਾ ਰੂਪ ਲੈ ਕੇ, ਸਤਿਗੁਰੂ ਜੀ ਕਦੇ ਬਾਵਨ ਦਾ ਰੂਪ ਲੈ ਕੇ ਆਏ ਅਤੇ ਇਸ ਕਲਯੁੱਗ ਦੇ ਵਿੱਚ ਤੁਸੀਂ ਆਪਣਾ ਨਾਮ ਧੰਨ ਗੁਰੂ ਨਾਨਕ ਸਾਹਿਬ ਜੀ ਰਖਾਇਆ ਹੈ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਢੰਗ ਦੇ ਨਾਲ ਦੇਵਤੇ ਸਾਰੇ ਸਿਫਤ ਕਰ ਰਹੇ ਨੇ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਸਭ ਠੌਰ ਤੁਹੀ ਨਿਰਲੇ ਪਰ ਹੋ, ਸਾਰੀਆਂ ਥਾਵਾਂ 'ਤੇ ਤੁਸੀਂ ਹੋ ਔਰ ਸਭ ਦੇ ਵਿੱਚੋਂ ਫਿਰ ਵੀ ਨਿਰਲੇਪ ਹੋ। ਨਿਜ ਦਾਸਨ ਕੋ ਅਗਿਆਨ ਦਹੋ, ਤੁਸੀਂ ਆਪਣੇ ਸਿੱਖਾਂ ਦੇ ਸੇਵਕਾਂ ਦੀ ਅਗਿਆਨਤਾ ਦੂਰ ਕਰਦੇ ਹੋ। ਹਮਰੇ ਤੁਮਕੋ ਪਦ ਬੰਦਨ ਹੋ, ਘਨ ਗਿਆਨ ਪਖੰਡ ਨਿਕੰਦਨ ਹੋ। ਹੇ ਸਤਿਗੁਰੂ ਜੀ, ਤੁਸੀਂ ਪਖੰਡਾਂ ਦਾ ਨਾਸ਼ ਕਰਨ ਵਾਲੇ ਹੋ, ਤੁਸੀਂ ਗਿਆਨ ਦੇ ਭੰਡਾਰੇ ਹੋ, ਗਿਆਨ ਦੇ ਸਮੁੰਦਰ ਹੋ। ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਇਹ ਦੇਵਤੇ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਨੇ। ਇਸ ਪ੍ਰਕਾਰ ਕਰ ਰੁਚਰ ਬੜਾਈ, ਪੁੰਨ ਬਿਰੰਚ ਅਸ ਗਿਰਾ ਅਲਾਈ। ਕਹਿੰਦੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਸਿਫਤ ਕਰਕੇ, ਵਡਿਆਈ ਕਰਕੇ ਫਿਰ ਬ੍ਰਹਮਾ ਜੀ ਨੇ ਕਿਹਾ, ਨਿਜ ਤਨ ਅੰਗਤ ਕਰ ਪਲਟਾਇਓ, ਕੀਨ ਸਥਾਪ ਨੇਕ ਮਨ ਭਾਇਓ। ਕਿ ਸਤਿਗੁਰੂ ਜੀ ਤੁਸੀਂ ਆਪਣਾ ਸਰੂਪ, ਧੰਨ ਗੁਰੂ ਨਾਨਕ ਦੇਵ ਜੀ ਤੁਸੀਂ ਆਪਣਾ ਸਰੂਪ ਧੰਨ ਗੁਰੂ ਅੰਗਦ ਦੇਵ ਜੀ ਦੇ ਵਿੱਚ ਟਿਕਾ ਦਿੱਤਾ ਹੈ। ਕਿਉਂਕਿ ਜੋਤ ਉਹੀ ਹੈ, ਸਰੀਰ ਪਲਟਿਆ ਹੈ, ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਸਤਿਗੁਰੂ ਜੀ ਤੁਸੀਂ ਆਪਣਾ ਸਰੂਪ ਧੰਨ ਗੁਰੂ ਅੰਗਦ ਦੇਵ ਜੀ ਵਿੱਚ ਰੱਖ ਦਿੱਤਾ ਹੈ। ਤੁਹਾਨੂੰ ਚੰਗਾ ਲੱਗਿਆ, ਤੁਹਾਨੂੰ ਪਾਇਆ, ਤੁਸੀਂ ਆਪਣਾ ਆਪ ਸਥਾਪਿਤ ਕਰ ਦਿੱਤਾ ਹੈ। ਸਤਿਨਾਮ ਪ੍ਰਗਟਿਓ ਜਗ ਜਾਪੂ, ਸੱਚਖੰਡ ਗਮਣੋ ਅਭਿਆਪੂ। ਸਤਿਗੁਰੂ ਜੀ ਜਗਤ ਵਿੱਚ
ਸਤਨਾਮ ਦਾ ਜਿਹੜਾ ਤੁਸੀਂ ਸਾਰੇ ਪਾਸੇ ਪ੍ਰਕਾਸ਼ ਕੀਤਾ ਹੈ, ਸਤਨਾਮ ਉਹ ਜਿਹੜਾ ਸਾਰੇ ਪਾਸੇ ਪ੍ਰਗਟ ਕੀਤਾ ਹੈ, ਹੁਣ ਕਿਰਪਾ ਕਰੋ ਤੇ ਸੱਚਖੰਡ ਨੂੰ ਚੱਲੋ। ਸੁਣ ਕੈ ਬਚ ਸ੍ਰੀ ਨਾਨਕ ਮਾਨੇ, ਨਿਜ ਸਥਾਨ ਸੋ ਤੀਨ ਸਿਧਾਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਚਨ ਮੰਨ ਕੇ ਕਹਿੰਦੇ ਆਪਣੇ ਸਥਾਨ ਨੂੰ, ਉਸ ਸਥਾਨ ਨੂੰ ਵਾਪਸ ਆ ਗਏ। ਹੁਣ ਇੱਥੇ ਕਈ ਵਾਰੀ ਇਹ ਸਵਾਲ ਵੀ ਉੱਠਦਾ ਕਿ ਸਤਿਗੁਰੂ ਜੀ ਨੂੰ ਲੈਣ ਵਾਸਤੇ ਤਿੰਨੇ ਦੇਵਤੇ ਆਏ, ਇਹ ਤਾਂ ਸ਼ਿਵ ਜੀ ਦਾ ਕੰਮ ਹੈ। ਅਸਲ ਵਿੱਚ ਕੰਮ ਹੈ ਭਾਵੇਂ ਕਿਸੇ ਦਾ ਹੋਵੇ, ਗੁਰੂ ਸਾਹਿਬ ਜੀ ਇੱਕੋ ਨੂੰ ਮੰਨਦੇ ਨੇ। ਔਰ ਇੱਕ ਪਾਵਨ ਬਚਨ ਬੜੀ ਵਾਰੀ ਸਾਂਝਾ ਕੀਤਾ ਹੈ ਇੱਥੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਿੱਖ ਨੇ, ਨਾਮ ਜਪਣ ਵਾਲੇ ਨੇ, ਆਮ ਜਿਹੜੇ ਮਨਮੁਖ ਨੇ ਸੁਣਿਆ ਹੈ, ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਜੰਮ ਲੈਣ ਵਾਸਤੇ ਹੁੰਦਾ ਹੈ। ਜਪਣ ਵਾਲਿਆਂ ਨੂੰ ਧਰਮਰਾਜ ਦੇ ਦੂਤ ਲੈਣ ਵਾਸਤੇ ਹੁੰਦੇ ਨੇ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਜਪਦੇ ਨੇ ਸਿੱਖ ਨੇ, ਉਹਨਾਂ ਦੇ ਨੇੜੇ ਤੇ ਧਰਮਰਾਜ ਦੇ ਦੂਤ ਵੀ ਨਹੀਂ ਹੁੰਦੇ। ਹੁਣ ਇੱਥੇ ਸਤਿਗੁਰੂ ਦੀ ਬਾਣੀ ਦੇ ਪਾਵਨ ਬਚਨ ਨੇ ਕਿ ਧਰਮਰਾਜ ਆਪ ਧਰਮਰਾਜ ਦੇ ਦੂਤ ਨੇੜੇ ਨਹੀਂ ਹੁੰਦੇ। ਪਰ ਜੇ ਦੇਵਤੇ ਆਪ ਆਏ ਨੇ, ਅਸਲ ਵਿੱਚ ਕਵੀ ਸੰਤੋਖ ਸਿੰਘ ਦੇ ਆਪਣੇ ਅੰਦਰ ਦੇ ਖਿਆਲ ਨੇ, ਭਾਵਨਾ ਦੇ ਵਿੱਚ ਲਿਖਿਆ ਹੋਇਆ ਹੈ। ਕਿਉਂਕਿ ਨਾਲ ਸਪਸ਼ਟ ਕੀਤਾ ਹੈ ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਗਏ, ਉਹਨਾਂ ਦੇ ਨੇੜੇ ਕੋਈ ਵੀ ਨਹੀਂ ਸੀ, ਕੇਵਲ ਇੱਕ ਉਹਨਾਂ ਦਾ ਸਿੱਖ ਹੈ ਜਿਹੜਾ ਸਭ ਤੋਂ ਪਿਆਰਾ ਸਿੱਖ ਹੈ, ਭਾਈ ਸਧਾਰਨ, ਉਹਨੂੰ ਵੀ ਗੁਰੂ ਸਾਹਿਬ ਨੇ ਦੂਰ ਬਿਠਾਇਆ ਹੈ। ਉੱਥੇ ਗੱਲਬਾਤ ਕੀ ਹੋਈ, ਬਚਨ ਬਲਾਸ ਕੀ ਹੋਏ, ਇਹ ਤੇ ਧੰਨ ਗੁਰੂ ਨਾਨਕ ਦੇਵ ਜੀ ਜਾਣਦੇ ਨੇ ਸਿਰਫ। ਕਿਉਂਕਿ ਬੇਨਤੀ ਕੀਤੀ ਹੈ ਕਵੀਆਂ ਦੀ ਕਈ ਵਾਰੀ ਉਡਾਰੇ ਹੁੰਦੇ ਕਿਸ ਤਰ੍ਹਾਂ ਦੇ ਬਚਨ ਹੋਏ ਹੋਣਗੇ। ਸਤਿਗੁਰੂ ਜੀ ਹੁਣ ਕਿਰਪਾ ਕਰੋ ਸੱਚਖੰਡ ਨੂੰ ਚੱਲੋ। ਕਹਿੰਦੇ ਗੁਰੂ ਸਾਹਿਬ ਜੀ ਇਹ ਬਚਨ ਉੱਥੇ ਮੰਨ ਕੇ ਵਾਪਸ ਆ ਗਏ। ਹਟ ਤਾਬੇ ਆਏ ਸਧਾਰਨ ਮਿਲੇ, ਤੇ ਕੋ ਠੋਰ ਦਿਖਾਵਣ ਚੱਲੇ, ਵਾਪਸ ਆ ਗਏ। ਭਾਈ ਸਧਾਰਨ ਨੂੰ ਪਿੱਛੇ ਬਿਠਾਇਆ ਸੀ, ਆ ਕੇ ਸਤਿਗੁਰੂ ਜੀ ਭਾਈ ਸਧਾਰਨ ਨੂੰ ਮਿਲੇ ਤੇ ਭਾਈ ਸਧਾਰਨ ਨੂੰ ਕਹਿੰਦੇ ਚੱਲ ਤੈਨੂੰ ਇੱਕ ਥਾਂ ਵਿਖਾ ਕੇ ਲਿਆਵਾਂ। ਹੁਣ ਉਹ ਥਾਂ ਕਿਹੜੀ ਹੈ? ਅਸ਼ਟ ਬਿਗੇ ਕੋ ਏਕ ਕਿਦਾਰਾ, ਤਹਾਂ ਠਾਂਡ ਹੈਵ ਬਚਨ ਉਚਾਰਾ। ਕਹਿੰਦੇ ਉੱਥੇ ਇੱਕ 8 ਵਿਗਿਆਂ ਦਾ ਇਕੱਠਾ ਖੇਤ ਹੈ, 8 ਵਿਗਿਆਂ ਦਾ ਖੇਤ ਹੈ ਕਿ ਜਿੱਥੇ ਸਤਿਗੁਰੂ ਜੀ ਜਾ ਕੇ ਖਲੋਗੇ। ਔਰ ਭਾਈ ਸਧਾਰਨ ਨੂੰ ਇਸ ਤਰ੍ਹਾਂ ਬਚਨ ਕਹੇ, ਸੁਣੋ ਸਧਾਰਨ ਇਹ ਅਸਥਾਨਾ, ਕਾਸ਼ਟ ਹਮਰੇ ਡਾਰੂ ਆਨਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਧਾਰਨ ਸਾਡੀ ਗੱਲ ਧਿਆਨ ਦੇ ਨਾਲ ਸੁਣੋ। ਇੱਥੇ ਕੁਝ ਲੱਕੜਾਂ ਇਕੱਠੀਆਂ ਕਰ ਦਿਓ, ਲਿਆ ਕੇ ਰੱਖੋ, ਸੁੱਕੀਆਂ ਲੱਕੜਾਂ। ਇਹ ਲੱਕੜਾਂ ਸਾਡੇ ਸਰੀਰ ਉੱਤੇ ਪਾਉਣੀਆਂ ਨੇ, ਸਾਡੇ ਸਰੀਰ ਦਾ ਸੰਸਕਾਰ ਇਸ ਥਾਂ 'ਤੇ ਕਰਨਾ ਹੈ। ਜੇ ਕੋ ਬਰਜੇ ਕਹਿ ਥਲ ਔਰੇ, ਨਹਿ ਮਾਨੋ ਆਨੋ ਇਸ ਠੌਰੇ। ਤੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਧਾਰਨ ਚਿੱਤੇ ਰੱਖੇ, ਜੇ ਕੋਈ ਰੋਕੇ ਵੀ ਨਾ ਕਿ ਸੰਸਕਾਰ ਕਿਸੇ ਹੋਰ ਥਾਂ 'ਤੇ ਕਰਨਾ, ਕਿਉਂਕਿ ਆਮ ਸ਼ਮਸ਼ਾਨ ਘਾਟ ਪਿੰਡਾਂ ਵਿੱਚ ਬਣੇ ਹੁੰਦੇ ਸਨ। ਸਤਿਗੁਰੂ ਜੀ ਕਹਿੰਦੇ ਭਾਈ ਕਿਸੇ ਦੀ ਨਹੀਂ ਮੰਨਣੀ, ਤੁਸੀਂ ਸਾਡੀ ਮੰਨਣੀ ਹੈ। ਇਸੇ ਥਾਂ 'ਤੇ ਸਾਡਾ ਸਰੀਰ ਲਿਆਉਣਾ ਹੈ, ਪੂਰੇ ਇੱਥੇ ਸੰਸਕਾਰ ਕਰਨਾ ਹੈ। ਹੁਣ ਜਦੋਂ ਭਾਈ ਸਧਾਰਨ ਨੇ ਇਹ ਸੁਣਿਆ ਹੋਵੇਗਾ ਤੇ ਅੰਦਰ ਕੀ ਬੀਤੀ ਹੋਵੇਗੀ। ਗੁਰੂ ਦੇ ਨਾਲ ਪ੍ਰੇਮ ਹੈ, ਭਾਵੇਂ ਗੁਰੂ ਦਾ ਸਿੱਖ ਹੈ, ਕਿ ਸਤਿਗੁਰੂ ਜੀ ਨੇ ਸਰੀਰ ਕਰਕੇ ਚਲੇ ਜਾਣਾ ਹੈ। ਅੱਖਾਂ ਦੇ ਵਿੱਚ ਜਲ ਆਇਆ ਪਰ ਸਤ ਬਚਨ ਕਰਕੇ ਮੰਨੇ। ਨਿੱਕੇ ਵਿਦ ਸਮਝਾਇਓ ਤਾਹੀ, ਆਏ ਪਰਵੇਸੇ ਪੁਨ ਪੁਰਮਾਹੀ। ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚੰਗੇ ਤਰੀਕੇ ਦੇ ਨਾਲ ਭਾਈ ਸਧਾਰਨ ਨੂੰ ਇਹ ਸਾਰੀ ਗੱਲ ਸਮਝਾਈ। ਫਿਰ ਵਾਪਸ ਨਗਰ ਵਿੱਚ ਆ ਗਏ, ਧਰਮਸ਼ਾਲਾ ਵਿੱਚ ਆ ਗਏ। ਚੱਲ ਦਲ ਤਰੇ ਬਿਰਾਜੇ ਆਏ,
ਸਰਬ ਸਿੱਖ ਤਹਿ ਦਰਸ ਕਰਾਈ। ਸਤਿਗੁਰ ਜੀ ਵਾਪਸ ਆ ਕੇ ਉਸ ਪਿੱਪਲ ਦੇ ਰੁੱਖ ਥੱਲੇ ਫਿਰ ਬੈਠ ਗਏ। ਸਾਰੇ ਸਿੱਖਾਂ ਨੂੰ, ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਫਿਰ ਖੁੱਲੇ ਦਰਸ਼ਨ ਦਿੱਤੇ। ਦੋਹਰਾ ਚਤੁਰ ਚਾਦਰੇ ਰੁਚਰ ਗੁਰ ਰੱਖ ਤੇ ਆਪਣੇ ਪਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 4 ਚਾਦਰੇ ਆਪਣੇ ਕੋਲ ਰੱਖਦੇ ਹੁੰਦੇ ਸਨ। ਬਹੁਤੇ ਕੱਪੜੇ ਨਹੀਂ, 4 ਚਾਦਰੇ। ਬਿਮਲ ਜੁਗਲ ਕੋ ਕਰ ਭਲੇ ਧਰੈ ਸੋ ਰਹਿ ਆਵਾਸ। ਉਹਨਾਂ ਵਿੱਚੋਂ 2 ਚਾਦਰ ਜਿਹੜੇ ਨੇ ਉਹ ਤਾਂ ਗੁਰੂ ਸਾਹਿਬ ਜੀ ਧਵਾ ਕੇ ਸਾਫ਼ ਕਰਾ ਕੇ ਘਰ 'ਚ ਰੱਖਦੇ ਸਨ। ਦਵੈ ਸਰੀਰ ਪਰ ਪਹਿ ਰਹਿੰਦੇ ਆਲਾ ਜਿਨ ਕੇ ਨਾਮ ਟੁੱਟੇ ਜਮ ਜਾਲਾ। ਤੇ ਸਤਿਗੁਰੂ ਦੀਨ ਦਿਆਲ ਜਿਨ੍ਹਾਂ ਦਾ ਨਾਮ ਲਿਆ ਜਮਾਂ ਦੇ ਜਾਲ ਟੁੱਟ ਜਾਂਦੇ ਨੇ। ਕਹਿੰਦੇ 2 ਚਾਦਰੇ ਆਪਣੇ ਕੋਲ ਰੱਖਦੇ ਸਨ। ਇੱਕ ਉਹ ਲੱਕ ਬੰਨ੍ਹਦੇ ਸਨ, ਇੱਕ ਚਾਦਰਾ ਜਾਂ ਮੋਢੇ 'ਤੇ ਰੱਖਦੇ ਸਨ ਜਾਂ ਦੋਵਾਂ ਮੋਢਿਆਂ ਦੇ ਵਿੱਚੋਂ ਬੁੱਕਲ ਮਾਰਦੇ ਸਨ ਕਿ ਠੰਡ ਹੋਵੇ ਪੂਰੇ ਸਰੀਰ 'ਤੇ, ਨਹੀਂ ਤੇ ਇੱਕ ਬਾਂਹ ਦੇ ਵਿੱਚੋਂ ਕੱਢ ਕੇ ਉੱਤੋਂ ਦੀ ਉਹ ਜਿਹੜੀ ਚਾਦਰ ਗੁਰੂ ਸਾਹਿਬ ਜੀ ਆਪਣੇ ਕੋਲ ਰੱਖਦੇ ਸਨ। ਤੇ ਛਿਨ ਭਣਿਓ ਸਧਾਰਨ ਤਾਈ ਬਸਤਰ ਪਖਾਰੋ ਜਲ ਮੈਂ ਜਾਈ। ਉਸ ਵੇਲੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਧਾਰਨ ਨੂੰ ਬਚਨ ਕੀਤੇ ਕਿ ਭਾਈ ਸਧਾਰਨ ਇਹ 2 ਚਾਦਰਾਂ ਜਿਹੜੀਆਂ ਨੇ ਇਹਨਾਂ ਨੂੰ ਜਾ ਕੇ ਧੋ ਕੇ ਸੁਕਾਓ। ਸੁਣ ਰਜ਼ਾਏ ਲੈ ਪਟ ਸੰਗ ਹਾਥਾ ਵਹਿਰ ਪਖਾਰੇ ਜਲ ਕੇ ਸਾਥਾ। ਗੁਰੂ ਸਾਹਿਬ ਦੀ ਆਗਿਆ ਸੁਣਦਿਆਂ ਨਾਲ ਭਾਈ ਸਧਾਰਨ ਜੀ ਗਏ, 2 ਚਾਦਰਾਂ ਲਈਆਂ, ਬਾਹਰ ਜਾ ਕੇ ਜਲ ਦੇ ਨਾਲ ਸਾਬਣ ਲਾ ਕੇ ਉਹ ਜਿਵੇਂ ਸੀ ਉਹਨਾਂ ਨੂੰ ਧੋ ਕੇ ਸਾਫ਼ ਕੀਤਾ। ਨਿੱਕੇ ਬਿਮਲ ਪ੍ਰੇਮ ਉਧਾਰ ਆਤਪ ਸੰਗ ਸੁਕਾਏ ਸਵਾਰੇ। ਕਹਿੰਦੇ ਸੋਹਣੇ ਨਿਰਮਲ ਜਲ ਦੇ ਨਾਲ ਉਹ ਚਾਦਰਾਂ ਸਾਫ਼ ਕੀਤੀਆਂ। ਬੜੇ ਪ੍ਰੇਮ ਦੇ ਨਾਲ ਭਾਈ ਸਧਾਰਨ ਨੇ ਉਹ ਧੁੱਪ ਦੇ ਵਿੱਚ 2 ਚਾਦਰਾਂ ਫਿਰ ਸੁਕਾਈਆਂ। ਲੈ ਕਰੇ ਆਇਓ ਜਬੇ ਸਮੀਪਾ ਪਿਕ ਬੋਲੇ ਬੇਦੀ ਕੁਲ ਦੀਪਾ। ਭਾਈ ਸਧਾਰਨ 2 ਚਾਦਰਾਂ ਸੁਕਾ ਕੇ ਜਦੋਂ ਸਤਿਗੁਰੂ ਜੀ ਦੇ ਕੋਲ ਲੈ ਕੇ ਆਇਆ ਹੈ ਤੇ ਸਤਿਗੁਰੂ ਜੀ ਨੇ ਫਿਰ ਇਸ ਤਰ੍ਹਾਂ ਬਚਨ ਕੀਤੇ, ਇਨ ਕੋ ਰਾਖੋ ਅੰਤਰ ਠੌਰੀ ਸਰਬ ਸਤਨ ਕੋ ਲਿੰਬ ਬਹੋਰੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਧਾਰਨ ਇਹ 2 ਚਾਦਰਾਂ ਅੰਦਰ ਰੱਖ ਦੇ, ਇਹ ਕੱਲ੍ਹ ਨੂੰ ਕੰਮ ਹੋਣਗੀਆਂ। ਭਾਈ ਸਧਾਰਨ ਜਾਣਦੇ ਨੇ ਜਾਂ ਗੁਰੂ ਸਾਹਿਬ ਜੀ ਜਾਣਦੇ ਨੇ ਕਿ ਕੰਮ ਕਿਹੜੇ ਹੋਣਗੀਆਂ ਨੇ। ਇੱਕ ਚਾਦਰ ਥੱਲੇ ਪਾਈ ਜਾਏਗੀ, ਇੱਕ ਚਾਦਰ ਉੱਤੇ ਪਾਈ ਜਾਏਗੀ। ਭਾਈ ਚਾਦਰਾਂ ਅੰਦਰ ਸਾਂਭ ਕੇ ਰੱਖ ਦਿਓ। ਤੇ ਦੂਸਰਾ ਕੰਮ ਇਹ ਹੈ ਕਿ ਘਰ ਨੂੰ ਜਿੱਥੋਂ ਤੱਕ ਹੋ ਸਕੇ ਲਿੰਬ ਪੋਚ ਦਿਓ। ਸਵਾਰ ਦਿਓ। ਕੱਚੇ ਸਣ ਪਹਿਲੋਂ ਲਿੰਬੇ ਜਾਂਦੇ ਸਨ, ਥੱਲੇ ਪੋਚਾ ਮਾਰਿਆ ਜਾਂਦਾ ਸੀ। ਲਿੰਬ ਪੋਚ ਕੇ ਇਸ ਧਰਮਸ਼ਾਲਾ ਨੂੰ, ਘਰ ਨੂੰ, ਵਿਹੜੇ ਨੂੰ ਚੰਗੀ ਤਰ੍ਹਾਂ ਸਵਾਰ ਦਿਓ। ਉੱਪਰ ਤਰੇ ਸ਼ਵਸ਼ ਕੋ ਕਰੀਏ ਦਿਨ ਰਹਿ ਥੌਰ ਬਿਲਮ ਪਰ ਹਰੀਏ। ਕਿਉਂਕਿ ਗੁਰੂ ਸਾਹਿਬ ਨੇ ਹੁਕਮ ਕਰਨਾ ਸੀ, ਇਕੱਲਾ ਭਾਈ ਸਧਾਰਨ ਨਹੀਂ, ਸੇਵਕ ਸਿੱਖ ਸੇਵਾ ਕਰਨ ਵਾਲੇ ਹੋਰ ਬੜੇ ਸਨ। ਸਤਿਗੁਰੂ ਜੀ ਕਹਿੰਦੇ ਨੇ ਭਾਈ ਥੱਲਿਓ ਉੱਤੋਂ ਸਾਰਾ ਜਿੰਨਾ ਹੋ ਸਕੇ ਉਹਨੂੰ ਲਿੰਬ ਕੇ ਜਾਂ ਪੋਚਾ ਮਾਰਨਾ ਹੈ, ਪੋਚਾ ਮਾਰ ਕੇ ਸਵਾਰ। ਕਿਉਂਕਿ ਦਿਨ ਜਿਹੜਾ ਥੋੜ੍ਹਾ ਰਹਿ ਗਿਆ, ਦੁਪਹਿਰ ਤੋਂ ਜਿਹੜੀ ਦੁਪਹਿਰ ਢਲ ਚੁੱਕੀ ਹੈ, ਇਸ ਕਰਕੇ ਦੇਰ ਨਹੀਂ ਕਰੇ, ਹੁਣੇ ਇਹ ਕੰਮ ਕਰੋ। ਸੁਣਿਆ ਇਸ ਗਮਣਿਓ ਤਹਿ ਥਾਈ ਨਿਸਮੈ ਟਿਕ ਗਏ ਜਹਾਂ ਗੁਸਾਈ। ਇਹ ਸੁਣਦਿਆਂ ਨਾਲ ਭਾਈ ਸਧਾਰਨ ਉੱਥੇ ਗਿਆ ਹੈ। ਉਹ ਸਾਰੇ ਉਹਨੇ ਜਿਹੜੇ ਕੰਮ ਗੁਰੂ ਸਾਹਿਬ ਜੀ ਨੇ ਕਹੇ ਭਾਈ ਸਧਾਰਨ ਉਹ ਕੰਮ ਕਰਦੇ ਨੇ। ਰਾਤ ਪੈ ਗਈ। ਜਿੱਥੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਾਤ ਨੂੰ ਠਹਿਰਦੇ ਨੇ। ਆਦਿਕ ਪ੍ਰੇਤ ਔਰ ਬਹੁ ਕਰ ਦੀਨਾ ਸਰਬ ਸਦਨ ਪੁਨ ਲੇਪਣ ਕੀਨਾ। ਸਭ ਤੋਂ ਪਹਿਲੋਂ ਕਹਿੰਦੇ ਜਿੱਥੇ ਗੁਰੂ ਸਾਹਿਬ ਜੀ ਰਾਤ ਨੂੰ ਆਰਾਮ ਕਰਦੇ ਨੇ, ਝਾੜੂ ਲੈ ਕੇ ਭਾਈ ਸਧਾਰਨ ਨੇ ਪਹਿਲੋਂ ਉਹ ਥਾਂ ਆਪ ਸਾਫ਼ ਕੀਤੀ। ਉੱਥੇ ਜਿਹੜਾ ਲੇਪਣ ਕੀਤਾ ਗਿਆ, ਪੋਚਾ ਮਾਰਿਆ ਗਿਆ,
ਊਰਦ ਤਰੈ ਸ਼ਵਸ਼ ਕਰ ਸਾਰੇ, ਗਇਓ ਬਹੁਰ ਜਹ ਮੋਖ ਉਧਾਰੇ। ਥੱਲੇ ਉੱਪਰ ਜਿਵੇਂ ਕਿਵੇਂ ਜਿੱਥੇ ਪੋਚਾ ਲੱਗਣ ਵਾਲਾ ਸੀ ਜਾਂ ਕਿਤੋਂ ਧਰਮਸ਼ਾਲਾ ਜਿੱਥੋਂ ਲਿੰਬਣ ਵਾਲੀ ਸੀ, ਇਹ ਸਾਰਾ ਕੰਮ ਕਰਕੇ ਭਾਈ ਸਧਾਰਨ ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਗਿਆ ਹੈ। ਹਾਥ ਜੋੜ ਕੇ ਬਚਨ ਬਖਾਨਾ, ਘਰ ਬਿਲੋਕ ਲਿਹੋ ਕਿਰਪਾ ਨਿਧਾਨਾ। ਭਾਈ ਸਧਾਰਨ ਨੇ ਸ਼ਾਮ ਹੁੰਦਿਆਂ ਤੱਕ, ਸੋਦਰ ਦਾ ਸਮਾਂ ਹਜੇ ਹੋਇਆ ਨਹੀਂ, ਇਸ ਤੋਂ ਪਹਿਲੋਂ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਕਿਰਪਾ ਕਰੋ, ਘਰ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਲਓ। ਹਵੈ ਜੇ ਨੂਨਤਾ ਤਿਹ ਮਹਿ ਕਹਿਵਾ, ਦੇਹੋ ਬਤਾਏ ਸੁਧਾਰੋ ਤਹਿਵਾ। ਸਤਿਗੁਰੂ ਜੀ ਕਿਰਪਾ ਕਰਕੇ ਵੇਖੋ, ਜੇ ਕਿਤੇ ਕੋਈ ਊਣਤਾਈ ਹੈ, ਸਾਫ ਸਫਾਈ ਦੇ ਵਿੱਚ ਕੋਈ ਊਣਤਾ ਹੈ ਤੇ ਮੈਨੂੰ ਸਮਝਾ ਦਿਓ, ਫਿਰ ਤੁਹਾਡੀ ਕਿਰਪਾ ਦੇ ਨਾਲ ਉਸੇ ਤਰ੍ਹਾਂ ਮੈਂ ਉਹਨੂੰ ਸੁਧਾਰ ਲਵਾਂ। ਸੁਣ ਕਰ ਉੱਠੇ ਕਿਰਪਾਲ ਵਿਸਾਲਾ, ਰੁਚਰ ਬਣਾਏ ਪਿਖ ਧਰਮਸ਼ਾਲਾ। ਇਹ ਸੁਣ ਕੇ ਕਿਰਪਾ ਦੇ ਘਰ ਸਤਿਗੁਰੂ ਜੀ ਉੱਠੇ ਨੇ, ਧਰਮਸ਼ਾਲਾ ਨੂੰ ਵੇਖਿਆ ਤੇ ਧਰਮਸ਼ਾਲਾ ਨੂੰ ਵੇਖ ਕੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਧਾਰਨ ਕਿ ਬੜੇ ਸੋਹਣੇ ਢੰਗ ਦੇ ਨਾਲ ਇਹਨੂੰ ਸਾਫ ਸੁਥਰਾ ਕੀਤਾ ਹੈ, ਲਿੰਬਿਆ ਪੋਚੇ ਸੋਹਣੀ ਬਣਾਈ ਹੈ। ਖੁਸ਼ੇ ਸਧਾਰਨ ਪਰ ਬਹੁ ਕਰਕੇ, ਆਤਮ ਗਿਆਨ ਦੇਨ ਭ੍ਰਮ ਹਰ ਕੈ। ਹੁਣ ਇਹ ਭਾਈ ਸਧਾਰਨ ਸਾਰੀ ਸੇਵਾ ਕਰ ਵੀ ਲਿਆ ਹੈ, ਪਰ ਅੰਦਰੋਂ ਅੰਦਰ ਕਿਤੇ ਨਾ ਕਿਤੇ ਉਹ ਦੁਖੀ ਵੀ ਹੁੰਦਾ ਹੈ ਕਿ ਸਤਿਗੁਰੂ ਜੀ ਨੇ ਕੱਲ੍ਹ ਦਾ ਸਮਾਂ ਆਉਣਾ ਹੈ, ਸਰੀਰ ਕਰਕੇ ਫਿਰ ਸਾਡੇ ਵਿੱਚ ਨਹੀਂ ਰਹਿਣਾ। ਇੱਥੇ ਗੁਰੂ ਸਾਹਿਬ ਜੀ ਪ੍ਰਸੰਨ ਹੋਏ ਤੇ ਭਾਈ ਸਧਾਰਨ ਦੇ ਸੀਸ ਦੇ ਉੱਤੇ ਗੁਰੂ ਸਾਹਿਬ ਨੇ ਹੱਥ ਰੱਖਿਆ, ਸਿਰ ਤੇ ਹੱਥ ਰੱਖਿਆ। ਭਾਈ ਸਧਾਰਨ ਨੂੰ ਜਿਹੜਾ ਹੈ ਉਹ ਆਤਮ ਗਿਆਨ ਹੋ ਗਿਆ। ਅੰਦਰ ਦਾ ਜਿਹੜਾ ਬਰਾਗ ਇਸ ਕਰਕੇ ਸੀ ਕਿ ਗੁਰੂ ਸਾਹਿਬ ਨੇ ਸਰੀਰ ਛੱਡ ਕੇ ਚਲੇ ਜਾਣਾ ਹੈ, ਹੁਣ ਇਹ ਸਮਝ ਪੈ ਗਈ ਕਿ ਗੁਰੂ ਸਾਹਿਬ ਜੀ ਨੇ ਜਾਣਾ ਹੀ ਕਿਤੇ ਨਹੀਂ। ਬਰਾਗ ਹੁਣ ਪ੍ਰੇਮ ਦਾ ਬਰਾਗ ਹੈ ਕਿ ਗੁਰੂ ਸਾਹਿਬ ਨੇ ਜਾਣਾ ਹੀ ਕਿਤੇ ਨਹੀਂ। ਆਏ ਪੁੰਨ ਚਲਦਨ ਕੇ ਸ਼ਾਈ, ਬੈਠੇ ਸਿੱਖਣ ਸਭਾ ਸੁਹਾਈ। ਗੁਰੂ ਸਾਹਿਬ ਜੀ ਵਾਪਸ ਫਿਰ ਉਸ ਪਿੱਪਲ ਦੀ ਛਾਂ ਥੱਲੇ ਆ ਗਏ ਨੇ, ਜਿੱਥੇ ਸਿੱਖ ਬੈਠੇ ਨੇ, ਸਭਾ ਲੱਗੀ ਹੋਈ ਹੈ। ਹੋਤ ਕੀਰਤਨ ਨਾਮ ਪ੍ਰਤਾਪਾ, ਜੇ ਸੁਣ ਮਿਟੇ ਤਿੰਨੋਂ ਤਾਪਾ। ਸੋਦਰ ਦਾ ਸਮਾਂ ਹੋਣ ਵਾਲਾ ਹੈ, ਉਧਰ ਜਿਹੜੇ ਕੀਰਤਨ ਕਰਨ ਵਾਲੇ ਗੁਰੂ ਕੇ ਸਿੱਖ ਆ ਗਏ ਨੇ, ਕੀਰਤਨ ਹੋਣ ਲੱਗੇ। ਜਿਹੜੇ ਕੀਰਤਨ ਨੂੰ ਸੁਣ ਕੇ, ਰੱਬੇ ਬਾਣੀ ਨੂੰ ਸੁਣ ਕੇ ਤਿੰਨਾਂ ਤਾਪਾਂ ਦਾ ਨਾਸ ਹੁੰਦਾ ਹੈ। ਨਿਤ ਪ੍ਰਤ ਜਿਵ ਵਿਵਹਾਰ ਹੈ, ਤੈਸੇ ਚਲਿਓ ਸੋ ਜਾਏ। ਉਰੇ ਕੀਰਤਨ ਕਿਉਂਕਿ ਸ਼ਾਮ ਨੂੰ ਰੋਜ਼ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਮਰਿਆਦਾ ਬੰਨ੍ਹ ਦਿੱਤੀ ਸੀ ਕਿ ਸੋਦਰ ਆਰਤੀ ਗਾਵੀ ਹੈ। ਸੋਦਰ ਦੇ ਸਮੇਂ ਤੋਂ ਪਹਿਲੋਂ ਇਹ ਕੀਰਤਨ ਹੁੰਦਾ ਸੀ, ਨਿਤ ਦੀ ਜਿਹੜੀ ਮਰਿਆਦਾ ਸੀ, ਵਿਵਹਾਰ ਸੀ, ਉਸੇ ਤਰ੍ਹਾਂ ਹੋ ਰਿਹਾ ਹੈ। ਹਜੇ ਸਿੱਖਾਂ ਨੂੰ ਪਤਾ ਨਹੀਂ ਕਿ ਅੱਜ ਜਿਹੜਾ ਕੀਰਤਨ ਹੈ ਗੁਰੂ ਸਾਹਿਬ ਜੀ ਸਰੀਰ ਕਰਕੇ ਵਿੱਚ ਬੈਠ ਕੇ ਸੁਣ ਰਹੇ ਨੇ, ਕਿ ਕੱਲ੍ਹ ਨੂੰ ਸ਼ਾਇਦ, ਕੱਲ੍ਹ ਸ਼ਾਮ ਨੂੰ ਸ਼ਾਇਦ ਇਹ ਸਰੀਰ ਵਿੱਚ ਨਾ ਹੋਵੇ। ਸਮਾ ਜਾਮ ਨਿਸ ਰਹੇ ਤੇ ਬੈਠੇ ਸ੍ਰੀ ਗੁਰੂ ਨਾਏ। ਰਾਤ ਪਈ, ਲੰਗਰ ਪਾਣੀ ਛਕਿਆ, ਨਿਤ ਦੀ ਤਰ੍ਹਾਂ ਸਵਾ ਪੈਰ ਰਾਤ ਰਹਿੰਦੇ ਗੁਰੂ ਸਾਹਿਬ ਜੀ ਫਿਰ ਉੱਠੇ ਨੇ, ਉੱਠ ਕੇ ਇਸ਼ਨਾਨ ਕੀਤਾ ਹੈ। ਤਬ ਤੇ ਹੋਤ ਕੀਰਤਨ ਭਾਰੀ, ਮ੍ਰਿਦਨ ਮਦਰ ਧੁਨ ਰਾਗ ਮਝਾਰੀ। ਉਦੋਂ ਮਿੱਠੀਆਂ ਮਿੱਠੀਆਂ ਧੁਨਾਂ ਦੇ ਵਿੱਚ, ਰਾਗਾਂ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਕਿਉਂਕਿ ਰੋਜ਼ ਦਾ ਉਹ ਨੇਮ ਸੀ। ਪੁੰਨ ਜਪ ਤਪ ਹੈ ਵਿਗਿਆਨ ਸੋ ਧਿਆਨਾ, ਬੈਠੇ ਸਿੱਖ ਕਰੇ ਭਲ ਗਾਨਾ। ਕਹਿੰਦੇ ਜਿੱਥੇ ਸਿੱਖ ਬੜੇ ਪਿਆਰ ਦੇ ਨਾਲ ਕੀਰਤਨ ਗਾਇਨ ਕਰ ਰਹੇ ਨੇ, ਆਸਾ ਕੀ ਵਾਰ ਦਾ ਕੀਰਤਨ ਹੋਇਆ। ਪੁੰਨ ਜਪ ਤਪ ਹੈ ਵਿਗਿਆਨ ਸੋ ਧਿਆਨਾ। ਜਪ ਤਪ ਤੋਂ ਬਾਅਦ ਫਿਰ ਗਿਆਨ ਧਿਆਨ ਦੇ ਬਚਨ ਹੋਏ, ਜਿਹਨੂੰ ਆਪਾਂ ਸ਼ਬਦ ਵਰਤਨੇ ਕਥਾ ਹੋਈ। ਸਤਿਗੁਰੂ ਜੀ ਨੇ ਆਪ ਸ਼ਬਦ ਦਾ ਉਪਦੇਸ਼ ਦਿੱਤਾ। ਬਾਦਤ ਤਾਰ ਬਜਾਵੇਂ ਪਾਨਾ,
ਹੈਵ ਆਨੰਦ ਉਤਸਵ ਬਿਦ ਨਾਨਾ। ਕਹਿੰਦੇ ਸ਼ਬਦ ਵਿਚਾਰ ਤੋਂ ਬਾਅਦ ਫਿਰ ਕੀਰਤਨ ਹੋਇਆ। ਹੱਥਾਂ ਦੇ ਨਾਲ ਤਾਰਾਂ ਵਾਲੇ ਸਾਜ਼ ਜਿਹੜੇ ਨੇ ਉਹ ਗੁਰੂ ਕੇ ਕੀਰਤਨੀ ਸਿੱਖ ਵਜਾਉਂਦੇ ਨੇ, ਜਿਨ੍ਹਾਂ ਨੂੰ ਸੁਣ ਕੇ ਬੜਾ ਮਨ ਦੇ ਵਿੱਚ ਆਨੰਦ ਹੁੰਦਾ ਹੈ। ਏਕ ਓਂਕਾਰ ਪ੍ਰੀਤ ਰਸ ਪਾਗੇ, ਨਿਸਬਾਸਰ ਹਿਰਦੇ ਅਨੁਰਾਗੇ। ਇਹ ਤੁਰਤੀ ਬਾਣੀ ਸੁਣ ਕੇ ਏਕ ਓਂਕਾਰ ਦੇ ਅੰਦਰ ਪ੍ਰੀਤ ਵੱਜਦੀ ਹੈ, ਅੰਦਰ ਪ੍ਰੇਮ ਆਉਂਦਾ ਹੈ। ਹਿਰਦਾ ਜਿਹੜਾ ਹੈ ਪ੍ਰੇਮ ਦੇ ਨਾਲ ਭਰਿਆ ਜਾਂਦਾ ਹੈ। ਦਰਸ਼ਨ ਕਰਹਿ ਮਨ ਤਨਾ ਭਾਗੇ, ਨਉਦਾ ਭਗਤ ਹਿਰਦੈ ਅਤ ਜਾਗੇ। ਜਿਹੜੇ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਕੇਵਲ ਅੰਦਰ ਦੀ ਮਲੀਨਤਾ ਦੂਰ ਹੁੰਦੀ ਹੈ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੇਵਲ ਦਰਸ਼ਨ ਕਰਨ ਦੇ ਨਾਲ 9 ਪ੍ਰਕਾਰ ਦੇ ਅੰਦਰ ਭਗਤੀ ਜਾਗਦੀ ਹੈ। ਤੇ ਜਿਹੜੇ ਸਤਿਗੁਰੂ ਜੀ ਉਦੋਂ ਆਪ ਬੈਠ ਕੇ ਕੀਰਤਨ ਕਰਦੇ ਹੋਣਗੇ, ਉਪਦੇਸ਼ ਦਿੰਦੇ ਹੋਣਗੇ, ਤੇ ਕਿੰਨਾ ਪੂਰਾ ਗੁਰੂ ਕੇ ਸਿੱਖ ਅੰਦਰ ਬਣਦਾ ਹੋਵੇਗਾ। ਏਕ ਰੰਗ ਮਹਿ ਰੰਗੇ ਸਭੇ, ਦਵੈਤ ਭਾਵ ਔਰ ਆਏ ਨ ਕਬਹਿ। ਕਹਿੰਦੇ ਐਸੇ ਸਤਿਗੁਰੂ ਤੋਂ ਬਚਨ ਸੁਣ ਸੁਣ ਕੇ, ਕਥਾਵਾਂ ਸੁਣ ਸੁਣ ਕੇ ਸਾਰੇ ਸਿੱਖ ਕੇਵਲ ਇੱਕੋ ਹੀ ਰੰਗ ਵਿੱਚ ਉਧਰੋਂ ਭਿੱਜੇ ਸਨ, ਜਿਨ੍ਹਾਂ ਦੇ ਨੇੜੇ ਦਵੈਸ਼ ਭਾਵਨਾ ਬਿਲਕੁਲ ਆਉਂਦੀ ਹੋਈ ਨਹੀਂ ਸੀ। ਭਏ ਬ੍ਰਿਖ ਜਿਉ ਸਿੱਖ ਉਪਕਾਰੇ, ਮੇਨ ਨੇਰ ਜਿਉ ਪ੍ਰੀਤ ਆਧਾਰੇ। ਕਹਿੰਦੇ ਸਿੱਖ ਬਿਲਕੁਲ ਇਸ ਤਰ੍ਹਾਂ ਪਰਉਪਕਾਰੀ ਹੋ ਗਏ ਸਨ। ਉਹਨਾਂ ਦਾ ਜੀਵਨ ਇਵੇਂ ਦਾ ਬਣ ਗਿਆ ਸੀ ਜਿਵੇਂ ਇੱਕ ਰੁੱਖ ਦਾ ਹੁੰਦਾ ਹੈ। ਦੇਖੋ ਰੁੱਖ ਪਰਉਪਕਾਰੀ ਕਰਦਾ ਹੈ ਨਾ ਜੀ। ਰੁੱਖ ਵੱਡਾ ਹੁੰਦਾ ਹੈ, ਛਾਂ ਦਿੰਦਾ ਹੈ, ਉਹਨੂੰ ਫਲ ਲੱਗਦੇ ਨੇ, ਮਨੁੱਖ ਦੀ ਭੁੱਖ ਨੂੰ ਮਿਟਾਉਂਦਾ ਹੈ। ਭਾਵੇਂ ਮਨੁੱਖ ਉਹਨੂੰ ਵੱਢਦਾ ਹੈ, ਪਰ ਮਨੁੱਖ ਦੇ ਵੱਢਣ ਦੇ ਬਾਵਜੂਦ ਵੀ ਰੁੱਖ ਫਿਰ ਵੀ ਪਰਉਪਕਾਰੀ ਕਰਦਾ ਹੈ। ਕਦੇ ਉਹ ਦਰਵਾਜ਼ਿਆਂ ਦੇ ਰੂਪ ਵਿੱਚ, ਤਖਤਿਆਂ ਦੇ ਰੂਪ ਵਿੱਚ, ਕਦੇ ਬੇੜੇ ਦੇ ਰੂਪ ਵਿੱਚ। ਗੁਰੂ ਕੇ ਸਿੱਖ ਵੀ ਬਿਲਕੁਲ ਉਸ ਰੁੱਖ ਦੀ ਤਰ੍ਹਾਂ ਕਹਿੰਦੇ ਪਰਉਪਕਾਰੀ ਨੇ। ਗੁਰੂ ਦੇ ਚਰਨਾਂ ਵਿੱਚ ਪ੍ਰੇਮ ਇੰਨਾ ਬਣਿਆ ਹੈ ਕਿ ਮੇਨ ਨੇਰ ਜਿਉ ਪ੍ਰੀਤ ਆਧਾਰੀ, ਜਿਵੇਂ ਮਛਲੀ ਦਾ ਪਾਣੀ ਨਾਲ ਪ੍ਰੇਮ ਹੁੰਦਾ ਹੈ। ਨਾਮ ਜਪਤ ਚਾਤਰਕ ਕੀ ਭੰਤੇ, ਲੇਖਾ ਬਣਕ ਗਿਆਨ ਦਿਨ ਰਾਤੇ। ਗੁਰੂ ਕੇ ਸਿੱਖ ਫਿਰ ਜਿਹੜੇ ਨਾਮ ਜਪਦੇ ਨੇ, ਇਹ ਥੋੜ੍ਹੀ ਹੈ ਕਿ ਸਾਡੀ ਤਰ੍ਹਾਂ ਕੁਝ ਸਮਾਂ ਜਪਣਾ, ਘੰਟਾ 2 ਘੰਟੇ ਰੱਟਾ ਲਾ ਕੇ ਫਿਰ ਉੱਠ ਜਾਣਾ। ਕਹਿੰਦੇ ਇਹ ਨਾਮ ਜਪਦੇ ਨੇ ਔਰ ਜਪਦੇ ਉਸ ਬੱਬੀਹੇ ਦੀ ਤਰ੍ਹਾਂ ਨੇ। ਔਰ ਬੱਬੀਹਾ ਜੇ ਆਪ ਜੀ ਜਾਣਦੇ ਹੋ ਕਿ ਬੱਬੀਹਾ ਸਾਰੀ ਸਾਰੀ ਰਾਤ ਬੋਲਦਾ ਹੈ। ਧਰਤੀ 'ਤੇ ਪਾਣੀ ਭਾਵੇਂ ਸਾਰੀ ਤੇ ਹੋਵੇ, ਪਰ ਉਦੋਂ ਤੱਕ ਪਿਆਸ ਨਹੀਂ ਬੁਝਦੀ ਜਦੋਂ ਤੱਕ ਬੱਦਲ ਦੀ ਇੱਕ ਸਿੱਧੀ ਸਵੰਤੀ ਬੂੰਦ ਉਸ ਬੱਬੀਹੇ ਦੇ ਮੂੰਹ ਵਿੱਚ ਨਾ ਪਵੇ। ਕਹਿੰਦੇ ਉਸ ਬੱਬੀਹੇ ਦੀ ਤਰ੍ਹਾਂ ਗੁਰੂ ਕੇ ਸਿੱਖ ਨਾਮ ਜਪਦੇ ਨੇ, ਤੇ ਇਸ ਤਰ੍ਹਾਂ ਜਪਦੇ ਨੇ, ਦਿਨ ਰਾਤ ਜਪਦੇ ਨੇ ਕਿ ਜਿਵੇਂ ਲੇਖਾ ਬਣਕ ਗਿਆਨ ਦਿਨ ਰਾਤੀ। ਇੱਕ ਬਾਣੀਏ ਦੀ ਉਦਾਹਰਣ ਦਿੱਤੀ, ਜਿਵੇਂ ਇੱਕ ਬਾਣੀਆ ਦੁਕਾਨਦਾਰ, ਉਹ ਦਿਨ ਰਾਤ ਲੇਖੇ ਜੋਖ ਵਿੱਚ ਲੱਗਾ ਰਹਿੰਦਾ ਹੈ। ਇੱਥੋਂ ਇੰਨੇ ਲੈਣੇ ਨੇ, ਇੱਥੋਂ ਇੰਨੇ ਦੇਣੇ ਨੇ, ਇੰਨਾ ਨਫਾ ਹੋ ਗਿਆ, ਇੰਨਾ ਨੁਕਸਾਨ ਹੋ ਗਿਆ। ਕਹਿੰਦੇ ਗੁਰੂ ਕੇ ਸਿੱਖ ਉਸ ਬਾਣੀਏ ਦੀ ਤਰ੍ਹਾਂ ਗਿਆਨ ਜਿਹੜਾ ਹੈ, ਉਸ ਗਿਆਨ ਦਾ ਹਿਸਾਬ ਤਾਂ ਕਰਦੇ ਨੇ। ਸਾਡੇ ਅੰਦਰ ਗੁਣ ਕਿੰਨੇ ਆਏ, ਸਾਡੇ ਅੰਦਰੋਂ ਅਵਗੁਣ ਕਿੰਨੇ ਕੁ ਨਿਕਲ ਗਏ। ਉਰਮੇਹ ਧਿਆਨ ਚਕੂਰੇ ਚੰਦੂ, ਲੋਚਨ ਅਲ ਗੁਰ ਪਦ ਅਰਬੰਧੂ। ਹਿਰਦੇ ਵਿੱਚ ਉਹਨਾਂ ਦਾ ਜਿਹੜਾ ਧਿਆਨ ਇੰਨਾ ਕੁ ਜੁੜਿਆ ਹੁੰਦਾ ਸੀ ਜਿਵੇਂ ਇੱਕ ਚਕੋਰ ਦਾ ਚੰਦਰਮਾ ਨਾਲ ਜੁੜਦਾ ਹੈ। ਇੱਥੇ ਉਦਾਹਰਣ ਦਿੰਦੇ ਨੇ ਗੁਰੂ ਕੇ ਸਿੱਖ ਭੌਰਿਆਂ ਦੀ ਤਰ੍ਹਾਂ, ਤੇ ਗੁਰੂ ਕੇ ਚਰਨ ਜਿਹੜੇ ਨੇ ਉਹ ਫੁੱਲਾਂ ਦੀ ਤਰ੍ਹਾਂ ਸਨ। ਰਾਗ ਕਰਤ ਪੁਲਕਤ ਤਨ ਐਸੇ, ਪ੍ਰਮਾਨੰਦ ਮਹਿ ਜੋਗੀ ਜੈਸੇ। ਕੀਰਤਨ ਕਰਦੇ ਸਮੇਂ ਕਹਿੰਦੇ ਇੰਨਾ ਕੁ ਜੁੜਦੇ ਸਨ ਕਿ ਪੁਲਕਾਵਤੀ ਵਿੱਚ ਜਿਵੇਂ ਉਹ ਸਮਾਈ ਜਾਂਦੇ ਸਨ। ਭਾਵ ਕਿ ਨੇਤਰ ਇੰਨੇ ਬੰਦ ਰਹਿੰਦੇ ਸਨ ਕਿ ਨੇਤਰ ਬੰਦ ਕਰਕੇ ਘੰਟਿਆਂ ਬੱਧੀ ਕੀਰਤਨ ਨੂੰ ਗਾਈ ਜਾਂਦੇ ਸਨ।
दोहरा तिनके महिमा क्या करूं, जो सिख गुरु हदूर। कवि संतोख सिंह जी कहते हैं कि गुरु की महिमा तो बेनती है, पर उन्होंने सिखा की महिमा भी किन्ने को करा जो गुरु साहब के चरणों में उदों रहिंदे सन, और खास करके जोड़े इस आखिरी समय के गुरु साहब के चरणों में होणगे, उन्होंने महिमा किन्नी को कवां। मम मत मशक समान है, कस चावे गिरपूर। कवि संतोख सिंह जी कहते हैं मेरी मत एक मच्छर के बराबर है, मच्छर नालों भी तुछ है। तो गुरु के सिख, गुरु के सिखां का जोड़ा प्यार है वो वड्डे पहाड़ नालों भी वड्डा है। गुरु के सिखां की महिमा किन्नी को गावां। तृष्णा आस्या नासी ऐसे, बैण ते हन उरगण जैसे। ਜਿਹੜੇ गुरु के सिख गुरु साहब के चरणों में बैठ के कीर्तन सुन रहे हैं, कथा सुन रहे हैं, उन्होंने अंदरों तृष्णा ते आसा बिल्कुल अंदरों मारिया गई, इस तरह भज गई, इवें मारिया गई। उदाहरण दिती कि बैण ते हन उरगण जैसे। बैण ते कहते ने गरुड़, उरगण कहते ने सप, कि जिमें गरुड़ ने सप नूं खा लिया होवे, इवें गुरु के सिखां दे अंदरों आसा मनसा दरी मारी गई। काम क्रोध लोभ अहंकारो, सहत अविद्या मोह नृपारू। गुरु के सिखा अंदरों काम क्रोध लोभ मोह अहंकार, तो इन्हां पंजां दा जिहड़ा मुखी है, जिहड़ा राजा है मोह। ये कह लीए कि मोह राजे के समेत अगे जिहड़े इहदे वजीर ने, एहलकार ने, काम क्रोध ते लोभ मोह अगे अहंकार, ये सारे अंदरों भज गए। हिंसा कूर निष्ठा निंदा, सिखे मग पिख इनको चिंदा। गुरु के सिखां दे अंदरों हिंसा बिल्कुल खत्म हो गई। गुरु के सिख पुरातन सिख अज भी वेख लिए हिंसा नहीं सन करते, गल गल ते हिंसा नहीं सन करते, झूठ नहीं सन बोलते। अंदरों पिछलता कहते ने चुगली, उन्होंने अंदरों बिल्कुल चुगली वाली भावना खत्म हो गई सी, निंदिया उन्होंने अंदरों मर चुकी सी। गुरु के इस सिक्खी मार्ग ते निर्मल मार्ग ते जो चलते हैं तो कविराज ते उदाहरण देंदे ने, जिवें हिंसा झूठ चुगली निंदिया इन्हां नूं वेख के सगों साड़ा हुंदा सी कि असीं जाइए कित्थे, सिखां दे नेड़े लगदियां नहीं सन। हे हार गर्जन ते ज्यों करे, होए पुंज तद पै खरबरे। कहते गुरु के सिख उदों उस शेर वर्गे सन, केरी शेर वर्गे, कि जो केरी शेर गरजदा है ना, तो हाथी भावें हाथियों की डार होवे, हिरनां की डार तो भजदी है, हाथियों के डार भावें बड़े ताकतवर ने, भावें एक अद्धे शेर तो नहीं भी डरते, पर हाथियों के उस झुंड में भी खलबली जरूर मच जाती एक केरी शेर की आवाज़ सुन के। बस कहते गुरु साहब के सिख जो कीर्तन करते हैं, हाथियों वर्गे अंदर जिहड़े लोभ मोह हंकार बैठे ने, उन्होंने खलबली जरूर मचती सी, अंदरों भजते सन। गुर प्रताप पिखकार कल काला, दुर्बल होए निर्बल है बेहाला। कवि संतोख सिंह जी लिखते हैं कि गुरु साहब का प्रताप वेख के, गुरु के सिखां की सिक्खी वेख के, ये जिहड़ा कल युग है ना, उस वेले बिल्कुल कमज़ोर हो चुकिया सी, दुर्लभ हो गया सी। इस कल युग का बुरा हाल हो गया सी, जिन्हें सारे संसार के लोगों को दुखी किया सी। कहते गुरु के सिखां नूं वेख के, गुरु के प्रताप नूं वेख के आप दुखी उठिया, क्योंकि कलयुग का सुभाव है बुरे काम करना, पर गुरु के सिखां का सुभाव है बुरे कामों के नेड़े नहीं जाना, उन्होंने नेड़े आउण ही नहीं देना। ज्ञान विरोधे जे जग माही, सबन को चिंता अवगाही। संसार विच जिन्ने भी ज्ञान के विरोधी ने, और खास करके जिहड़े कर्मकांडी ने, उन्होंने तो ज्ञान चाहिए ही नहीं, और ज्ञान की गल उन्होंने सामने कोई करे भी ना। गुरु साहिब जी के इस ज्ञान को वेख के वो चिंता विच पै गए सन,
ਕਿ ਸਾਡੇ ਕਰਮਕਾਂਡਾਂ ਦਾ ਕੀ ਹੋਵੇਗਾ, ਸਾਡੇ ਭਰਮਾਂ ਦਾ ਕੀ ਹੋਵੇਗਾ। ਸ੍ਰੀ ਨਾਨਕ ਦਰਸ਼ਨ ਉਦਤ ਭਗਤ ਤਰੰਗ ਗੰਭੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸਮੁੰਦਰ ਦੇ ਵਾਂਗ ਸਨ, ਜਿਨ੍ਹਾਂ ਵਿੱਚ ਭਗਤੀ ਦੀਆਂ ਲਹਿਰਾਂ ਭਰ ਭਰ ਕੇ ਉੱਠ ਰਹੀਆਂ ਸਨ। ਗਿਆਨ ਇੰਦ ਪ੍ਰੁਧ ਰਿਦ ਬਿਖਾਏ, ਕਾਮ ਮੋਹ ਗਤ ਪੀਰ। ਇਸ ਤਰ੍ਹਾਂ ਕਵੀ ਰਾਜ ਉਸ ਵੇਲੇ ਸਜੇ ਹੋਏ ਦੀਵਾਨ ਦੀ, ਗੁਰੂ ਸਾਹਿਬ ਦੀ ਅਤੇ ਗੁਰੂ ਕੇ ਸਿੱਖਾਂ ਦੀ ਸਿਫਤ ਕਰਦੇ ਨੇ ਕਿ ਸਤਿਗੁਰੂ ਦੇ ਸਿੱਖਾਂ ਦਾ ਪ੍ਰੇਮ ਵੀ ਅੱਜ ਇੰਨਾ ਸੀ ਕਿ ਭਾਵੇਂ ਸਿੱਖਾਂ ਨੂੰ ਹਜੇ ਪਤਾ ਨਹੀਂ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਲਈਆਂ ਨੇ। ਅੱਗੇ ਸਤਿਗੁਰੂ ਜੀ ਜਿਵੇਂ ਤਿਆਰੀਆਂ ਕਰਵਾਉਣਗੇ, ਇਹ ਰਹਿੰਦਾ ਪ੍ਰਸੰਗ ਆਪਾਂ 5-6 ਦਿਨ ਲੱਗਣਗੇ। ਜਿਵੇਂ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਅੱਗੇ ਵਿਚਾਰਦੇ ਜਾਵਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾਂ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ